ਪਰਮਾਤਮਾ ਨੇ ਮਨੁੱਖ ਨੂੰ ਬੜੀਆਂ ਮਹਾਨ ਦਾਤਾਂ ਬਖਸ਼ ਕੇ ਨਿਵਾਜਿਆ, ਜਿਹਦੇ ਵਿੱਚ ਉਹ ਬੋਲਣਾ, ਸੁਣਨਾ, ਵਿਚਾਰਨਾ। ਸੁਣਨ ਦੀ ਮਨੁੱਖ ਦੀ ਜ਼ਿੰਦਗੀ ਅੰਦਰ ਬਹੁਤ ਭਾਰੀ ਮਹਾਨਤਾ ਹੈ। ਪਰਮਾਤਮਾ ਨੇ ਮਨੁੱਖ ਨੂੰ ਸੁਣਨ ਲਈ 2 ਕੰਨ ਦਿੱਤੇ ਨੇ, ਬੋਲਣ ਲਈ 1 ਜਿਹਵਾ ਦਿੱਤੀ ਹੈ। ਸ਼ਾਇਦ ਇਸ ਕਰਕੇ ਕਿ ਮਨੁੱਖ ਬਹੁਤਾ ਸੁਣ ਸਕੇ ਤੇ ਬੋਲੇ ਘੱਟ। ਜਿਹੜਾ ਬੱਚਾ ਬਚਪਨ ਤੋਂ ਸੁਣ ਨਹੀਂ ਸਕਦਾ, ਉਹ ਬੋਲ ਵੀ ਨਹੀਂ ਸਕਦਾ। ਬੱਚਾ ਇਸ ਧਰਤੀ ਤੇ ਜਦੋਂ ਪ੍ਰਵੇਸ਼ ਕਰਦਾ ਹੈ, ਜਨਮ ਲੈਂਦਾ ਹੈ, ਠੀਕ ਹੈ, ਉਹ ਅੱਖਾਂ ਨਾਲ ਪਹਿਲਾਂ ਦੇਖਣਾ ਸਿੱਖਦਾ ਹੈ, ਫਿਰ ਉਹ ਸੁਣਨਾ ਸਿੱਖਦਾ ਹੈ। ਜਿਸ ਬੱਚੇ ਨੇ ਸੁਣਿਆ ਕੁਝ ਨਹੀਂ, ਉਹ ਬੋਲ ਨਹੀਂ ਸਕੇਗਾ। ਹਰ ਮਨੁੱਖ ਨੂੰ ਜ਼ਿੰਦਗੀ ਦੇ ਅੰਦਰ ਸਫਲਤਾ ਤੇ ਸਤਿਕਾਰ ਪ੍ਰਾਪਤ ਕਰਨ ਦੇ ਲਈ ਰਿਸ਼ਤਿਆਂ ਦੀ ਲੋੜ ਹੁੰਦੀ ਹੈ। ਇਹ ਰਿਸ਼ਤੇ ਸੁਣਨ ਤੇ ਬੋਲਣ ਦੇ ਨਾਲ ਹੀ ਕਾਇਮ ਹੁੰਦੇ ਨੇ। ਜਿੰਨਾ ਤੁਸੀਂ ਧਿਆਨ ਦੇ ਨਾਲ ਸੁਣੋਗੇ, ਉਹਨਾਂ ਤੁਹਾਨੂੰ ਸਲੀਕੇ ਨਾਲ ਬੋਲਣਾ ਵੀ ਆ ਜਾਏਗਾ। ਜਿਨ੍ਹਾਂ ਨੂੰ ਸੁਣਨਾ ਨਹੀਂ ਆਉਂਦਾ, ਦਰਅਸਲ ਬੋਲ ਵੀ ਨਹੀਂ ਸਕਦੇ। ਇਸ ਕਰਕੇ ਅਧਿਆਤਮਿਕ ਜਗਤ ਦੇ ਅੰਦਰ ਸੁਣਨ ਦੀ ਬਹੁਤ ਵੱਡੀ ਵਡਿਆਈ ਹੈ। ਸੁਣਨ ਦੇ ਕਈ ਪੱਧਰ ਨੇ। ਦਰਅਸਲ ਭਾਵੇਂ ਪ੍ਰਮਾਤਮਾ ਨੇ ਸਾਨੂੰ 2 ਕੰਨ ਦਿੱਤੇ ਨੇ, ਪਰ ਸਾਰੇ ਇਹਨਾਂ 2 ਕੰਨਾਂ ਦੇ ਨਾਲ ਸੁਣਨਹਾਰ ਨਹੀਂ ਹੈ। ਜ਼ਿਆਦਾਤਰ ਮਨੁੱਖ ਸੁਣਿਆ ਅਣਸੁਣਿਆ ਕਰੀ ਜਾਂਦੇ ਨੇ। ਜਿਨ੍ਹਾਂ ਨੂੰ ਸੁਣਨਾ ਆ ਜਾਏ, ਉਹ ਦੁਨੀਆ ਦੀਆਂ ਵਿਹਲੀਆਂ ਗੱਲਾਂ ਤੇ ਗੱਪਾਂ ਵਿੱਚੋਂ ਵੀ ਬਹੁਤ ਵੱਡਾ ਗਿਆਨ ਪ੍ਰਾਪਤ ਕਰ ਲੈਂਦੇ ਨੇ। ਧਾਰਮਿਕ ਜਗਤ ਅੰਦਰ ਜਿੱਥੇ ਸੁਣਨ ਦੀ ਵਡਿਆਈ ਹੈ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਾਨੂੰ ਸੁਣਨ ਦੇ ਬਾਰੇ ਬੇਅੰਤ ਗਿਆਨ ਦਿੱਤਾ ਹੈ ਕਿ ਅਸੀਂ ਸੁਣਨਾ ਕੀ ਹੈ। ਦਰਅਸਲ ਸੁਣਨ ਦੇ ਕਈ ਪੱਧਰ ਨੇ। ਕਹਿੰਦੇ ਨੇ ਬਿਕਰਮਜੀਤ ਰਾਜਾ ਦੇ ਦਰਬਾਰ ਅੰਦਰ ਇੱਕ ਵਾਰੀ ਇੱਕ ਬੁੱਤ ਘਾੜਾ ਆਇਆ, ਜਿਹਨੇ ਮੂਰਤੀਆਂ ਬਣਾਈਆਂ ਨੇ। ਰਾਜੇ ਨੂੰ ਆ ਕੇ ਕਹਿਣ ਲੱਗਾ ਕਿ ਇਹ 3 ਬੁੱਤ ਬਣਾਏ ਨੇ, ਮੂਰਤੀਆਂ ਬਣਾਈਆਂ ਨੇ, ਇਹ ਤਿੰਨੇ ਵੱਖਰੇ ਵੱਖਰੇ ਨੇ। ਤੂੰ ਪਹਿਚਾਣ ਕੇ ਦੱਸ ਕਿ ਕਿਸ ਮਨੁੱਖ ਦੀ ਬੁੱਤ ਦੀ ਕੀ ਖੂਬੀ ਹੈ। ਬਿਕਰਮਜੀਤ ਰਾਜੇ ਨੇ ਦੇਖਿਆ ਕਿ ਤਿੰਨੇ ਬੁੱਤ ਜਾਂ ਮੂਰਤੀਆਂ ਦੇਖਣ ਨੂੰ ਇੱਕੋ ਜਿਹੀਆਂ ਨਜ਼ਰ ਆ ਰਹੀਆਂ ਨੇ। ਉਹ ਕਹਿਣ ਲੱਗਾ ਇੱਕੋ ਜਿਹੀਆਂ ਹੀ ਨੇ, ਕੋਈ ਫਰਕ ਨਹੀਂ ਹੈ। ਪਰ ਉਹ ਬੁੱਤ ਘਾੜਾ ਕਹਿਣ ਲੱਗਾ ਨਹੀਂ, ਇਹਨਾਂ 'ਚ ਫਰਕ ਹੈ। ਰਾਜੇ ਨੇ ਆਪਣੀ ਸਭਾ 'ਚ ਬੈਠੇ ਸਾਰੇ ਲੋਕਾਂ ਨੂੰ, ਮੰਤਰੀਆਂ ਨੂੰ ਉਹਨਾਂ ਬੁੱਤਾਂ ਬਾਰੇ ਪੁੱਛਿਆ, ਪਰ ਹਰ ਕੋਈ ਇਹੀ ਕਹਿਣ ਲੱਗਾ ਕਿ ਸਾਰੇ ਇੱਕੋ ਜਿਹੇ ਨੇ। ਕਹਿੰਦੇ ਨੇ ਰਾਜੇ ਦੇ ਦਰਬਾਰ 'ਚ ਇੱਕ ਪੰਡਿਤ ਕਾਲੀਦਾਸ ਸੀ। ਉਹ ਕਹਿਣ ਲੱਗਾ ਠਹਿਰੋ ਰਾਜਨ, ਮੈਂ ਦੱਸਦਾ। ਉਸਨੇ ਅੱਗੇ ਆ ਕੇ ਇੱਕ ਤੀਲਾ ਲਿਆ, ਇੱਕ ਬੁੱਤ ਦੇ ਕੰਨ 'ਚ ਪਾਇਆ, ਉਹ ਦੂਸਰੇ ਕੰਨ 'ਚੋਂ ਨਿਕਲ ਗਿਆ। ਦੂਸਰੇ ਦੇ ਕੰਨ 'ਚ ਪਾਇਆ, ਉਹਦੇ ਮੂੰਹ 'ਚੋਂ ਨਿਕਲ ਆਇਆ। ਤੀਸਰੇ ਦੇ ਕੰਨ 'ਚ ਪਾਇਆ, ਉਹ ਬਾਹਰ ਨਿਕਲਿਆ ਹੀ ਨਹੀਂ ਹੈ। ਕਾਲੀਦਾਸ ਕਹਿਣ ਲੱਗਾ ਰਾਜਨ, ਦਰਅਸਲ ਜਿਹੜਾ ਪਹਿਲਾ ਬੁੱਤ ਹੈ, ਇਹਨਾਂ ਦੀ ਧੇਲਾ ਕੀਮਤ ਨਹੀਂ, ਇਹਦਾ ਕੁਝ ਵੀ ਦੇਣ ਦੀ ਲੋੜ ਨਹੀਂ ਹੈ। ਔਰ ਜਿਹੜਾ ਦੂਸਰਾ ਬੁੱਤ ਹੈ, ਇਹਦੀ ਇੱਕ ਮੋਹਰ ਕੀਮਤ ਹੈ, ਇੱਕ ਮੋਹਰ ਦੇ ਦਿੱਤੀ ਜਾਏ। ਤੀਸਰਾ ਜਿਹੜਾ ਬੁੱਤ ਹੈ, ਇਹਦੀ ਤੂੰ ਕੀਮਤ ਨਹੀਂ ਪਾ ਸਕਦਾ। ਦਰਅਸਲ ਇਹ ਤਿੰਨੇ ਬੁੱਤ 3 ਸਰੋਤਿਆਂ ਦੇ ਪ੍ਰਤੀਕ ਨੇ। ਪਹਿਲਾ ਬੁੱਤ ਜਿਹਦੇ ਇੱਕ ਕੰਨ 'ਚੋਂ ਤੀਲਾ ਪਾਇਆ, ਦੂਜੇ ਬੰਨੇ ਨਿਕਲ ਗਿਆ, ਇਹਦਾ ਅਰਥ ਇਹ ਹੈ ਕਿ ਕੁਝ ਲੋਕ ਉਹ ਨੇ ਜਿਹੜੇ ਇੱਧਰੋਂ ਸੁਣਦੇ ਇੱਧਰ ਨੂੰ ਕੱਢ ਦਿੰਦੇ ਨੇ, ਉਹਨਾਂ ਦੀ ਕੋਈ ਕੀਮਤ ਨਹੀਂ ਹੁੰਦੀ। ਦੂਸਰਾ ਬੁੱਤ ਇਸ ਗੱਲ ਦਾ ਪ੍ਰਤੀਕ ਹੈ ਕਿ ਕੁਝ ਲੋਕ ਸੁਣਦੇ ਨੇ, ਫਿਰ ਮੂੰਹ ਰਾਹੀਂ ਕੱਢਣਾ ਸ਼ੁਰੂ ਕਰ ਦਿੰਦੇ ਨੇ। ਸੁਣ ਕੇ ਆਪਣਾ ਗਿਆਨ ਲੋਕਾਂ 'ਚ ਦਰਸਾਉਣਾ ਸ਼ੁਰੂ ਕਰਨ ਦੇ, ਲੋਕਾਂ ਦੇ ਵਿੱਚ ਆਪਣੇ ਆਪ ਨੂੰ ਵੱਡਿਆਂ ਬਣਾਉਣਾ ਸ਼ੁਰੂ ਕਰ ਦਿੰਦੇ ਨੇ। ਕਹਿਣਗੇ ਇਹਦੀ ਇੱਕ ਮੋਹਰ ਕੀਮਤ ਹੈ, ਇਹ ਸਰੋਤਾ ਕੁਝ ਕੀਮਤ ਰੱਖਦਾ ਹੈ। ਤੀਜੇ ਨੰਬਰ ਤੇ ਆ ਜਾਂਦਾ ਹੈ ਜਿਸ ਦੇ ਕੰਨ 'ਚ ਪਾਇਆ ਤੇ ਤੀਲਾ ਬਾਹਰ ਨਹੀਂ ਆਇਆ। ਇਹ ਉਹ ਸਰੋਤਾ ਹੈ ਜਿਹੜਾ ਸੁਣਦਾ ਹੈ ਤੇ ਆਪਣੇ ਅੰਦਰ ਉਸ ਚੀਜ਼ ਨੂੰ ਵਸਾ ਲੈਂਦਾ ਹੈ। ਇਹਦੀ ਤੂੰ ਕੀਮਤ ਨਹੀਂ ਪਾ ਸਕਦਾ। ਇਹ ਸੁਣਨ ਦੇ 3 ਪੱਧਰ ਨੇ। ਦਰਅਸਲ ਇਹ ਕੰਨ ਪ੍ਰਮਾਤਮਾ ਨੇ ਸਾਨੂੰ ਦੁਨੀਆ ਦੀਆਂ ਆਵਾਜ਼ਾਂ ਸੁਣਨ ਲਈ ਦਿੱਤੇ ਨੇ। ਦੁਨੀਆ ਦੀਆਂ ਆਵਾਜ਼ਾਂ ਨੂੰ ਸੁਣਦਿਆਂ ਅਸੀਂ ਇਹਦੇ 'ਚੋਂ ਸੱਚ ਨੂੰ ਸੁਣਨਾ ਹੈ। ਇਹ ਦੁਨਿਆਵੀ ਆਵਾਜ਼ਾਂ 'ਚੋਂ ਸੱਚ ਨੂੰ ਸੁਣ ਕੇ ਫਿਰ ਸਾਡੇ ਅੰਦਰ ਇੱਕ ਆਵਾਜ਼ ਹੈ, ਖਾਮੋਸ਼ ਆਵਾਜ਼, ਸੱਚ ਸਮਾਇਆ ਹੋਇਆ, ਉਹ ਸੱਚ ਦੀ ਆਵਾਜ਼ ਨੂੰ ਸੁਣਨਾ ਹੈ, ਜਿਹਨੂੰ ਆਪਾਂ ਕਹਿੰਦੇ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣਨਾ। ਜਿਹੜੇ ਕੰਨ ਦੁਨੀਆ 'ਚ ਸੱਚ ਸੁਣ ਨਹੀਂ ਸਕੇ, ਉਹ ਆਪਣੇ ਅੰਦਰੋਂ ਸੱਚ ਨੂੰ ਕਦੀ ਸੁਣ ਨਹੀਂ ਸਕਣਗੇ। ਸਤਿਗੁਰੂ ਜੀ ਨੇ ਗੁਰਬਾਣੀ 'ਚ ਸਾਡੇ ਕੰਨਾਂ ਨੂੰ ਸਮਝਾਇਆ ਹੈ ਕਿ ਆਪਾਂ ਸੁਣਨ ਦੇ ਲਈ ਕੀ ਆਏ ਹਾਂ, ਸੁਣਨ ਦੀ ਸਾਡੀ ਡਿਊਟੀ ਕੀ ਹੈ। ਦਰਅਸਲ ਜੋ ਗਿਆਨ ਹੈ ਉਹ ਮਨੁੱਖ ਦੇ ਅੰਦਰੋਂ ਹੀ ਸੁਣਿਆ ਜਾਂਦਾ ਹੈ। ਬਾਹਰਲੇ ਕੰਨ ਤਾਂ ਇੱਕ ਸਾਧਨ ਨੇ ਸੁਣਨ ਦੀ ਇੱਕ ਜਾਂਚ ਦੱਸਣ ਦੇ ਲਈ। ਜਿਹਨੂੰ ਬਾਹਰੋਂ ਸੁਣਨਾ ਨਹੀਂ ਆਇਆ, ਦਰਅਸਲ ਉਹ ਅੰਦਰੋਂ ਵੀ ਨਹੀਂ ਸੁਣ ਸਕੇਗਾ। ਜ਼ਰੂਰੀ ਨਹੀਂ ਕਿ ਜਿਨ੍ਹਾਂ ਦੇ ਕੋਲ ਕੰਨ ਨੇ ਉਹ ਸਭ ਕੁਝ ਸੁਣਦੇ ਹੋਣ। ਜਿਨ੍ਹਾਂ ਨੂੰ ਸੁਣਨਾ ਆ ਜਾਂਦਾ ਹੈ, ਉਹ ਤੇ ਇਹ ਗੱਲ ਕਹਿੰਦੇ ਕਿ ਜਿਹੜੇ ਮਿਰਗ, ਮੀਨ, ਪੰਖੇਰੂ ਬੋਲਦੇ ਨੇ, ਇਹਨਾਂ 'ਚੋਂ ਵੀ ਪਰਮਾਤਮਾ ਬੋਲ ਰਿਹਾ। ਜਿਨ੍ਹਾਂ ਨੂੰ ਸੁਣਨਾ ਆ ਜਾਂਦਾ ਹੈ,
ਉਹ ਤੇ ਕਹਿੰਦੇ ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਮਨੁੱਖ ਦਾ ਇੱਕ ਸੁਭਾਅ ਹੈ, ਉਹ ਸੁਣਨਾ ਵੀ ਉਹ ਚਾਹੁੰਦਾ ਹੈ ਜਿਹੜਾ ਉਹਨੂੰ ਚੰਗਾ ਲੱਗੇ, ਜੋ ਚੰਗਾ ਨਾ ਲੱਗੇ ਉਹ ਸੁਣਨਾ ਹੀ ਨਹੀਂ ਚਾਹੁੰਦਾ। ਆਪਾਂ ਦੇਖਦੇ ਹਾਂ ਇੱਕ ਮੁਸਲਮਾਨ ਕੇਵਲ ਮੁਸਲਮਾਨ ਨੂੰ ਹੀ ਸੁਣਨਾ ਚਾਹੁੰਦਾ ਹੈ, ਹਿੰਦੂ ਕੇਵਲ ਹਿੰਦੂ ਨੂੰ ਸੁਣਨਾ ਚਾਹੁੰਦਾ ਹੈ, ਸਿੱਖ ਕੇਵਲ ਸਿੱਖ ਨੂੰ ਹੀ ਸੁਣਨਾ ਚਾਹੁੰਦਾ ਹੈ। ਔਰ ਇੱਥੇ ਬਸ ਨਹੀਂ, ਜਦੋਂ ਆਪਾਂ ਇੱਕ ਹੀ ਧਰਮ ਜਾਂ ਮਜ਼ਹਬ ਦੇ ਅੰਦਰ ਝਾਤ ਮਾਰਦੇ ਹਾਂ ਨਾ, ਸਿੱਖ ਇਹ ਚਾਹੁੰਦਾ ਹੈ ਕਿ ਜੇ ਮੈਂ ਮਿਸ਼ਨਰੀ ਹਾਂ ਤੇ ਮਿਸ਼ਨਰੀ ਨੂੰ ਸੁਣਾ, ਜੇ ਮੈਂ ਕਿਸੇ ਸੰਪਰਦਾ ਨਾਲ ਜੁੜਿਆ ਤੇ ਸੰਪਰਦਾਈ ਲੋਕਾਂ ਨੂੰ ਹੀ ਸੁਣਨਾ ਹੈ। ਇਹੀ ਕਾਰਨ ਹੈ ਕਿ ਮਨੁੱਖ ਵਿਕਾਸ ਨਹੀਂ ਕਰ ਸਕਦਾ, ਕਿਉਂਕਿ ਉਹ ਸੁਣਦਾ ਹੀ ਆਪਣੀ ਮਰਜ਼ੀ ਦਾ ਹੈ। ਜੋ ਕੁਝ ਜੇ ਉਹਨੇ ਬਦਲਣਾ ਹੈ, ਜੇ ਉਹਨੇ ਵਿਕਾਸ ਕਰਨਾ ਹੈ ਤੇ ਉਹਨੂੰ ਕੰਨ ਖੋਲ ਕੇ ਸੁਣਨਾ ਪਏਗਾ, ਬਹੁਤ ਕੁਝ ਸੁਣਨਾ ਪਏਗਾ। ਜਦੋਂ ਮਨੁੱਖ ਇਸ ਤੰਗਦਿਲੀ ਤੋਂ ਉੱਚਾ ਉੱਠ ਕੇ ਸੁਣੇਗਾ, ਦਰਅਸਲ ਉਹਨੂੰ ਅੰਦਰੋਂ ਵਿਕਾਸ ਪ੍ਰਾਪਤ ਹੋਏਗਾ, ਅੰਦਰੋਂ ਉਹ ਖੁੱਲਦਾ ਚਲਿਆ ਜਾਏਗਾ। ਮਨ ਦੇ ਦਰਵਾਜ਼ੇ ਖੋਲ ਕੇ ਸੁਣੇਗਾ ਤੇ ਉਹਨੂੰ ਅੰਦਰੋਂ ਗਿਆਨ ਪ੍ਰਾਪਤ ਹੋ ਜਾਏਗਾ। ਦਰਅਸਲ ਅੰਦਰੋਂ ਹੀ ਗਿਆਨ ਨੇ ਪ੍ਰਗਟ ਹੋਣਾ ਹੈ, ਬਾਹਰਲੇ ਰੌਲੇ ਗੌਲੇ ਵਿੱਚੋਂ ਕਦੀ ਗਿਆਨ ਨਹੀਂ ਮਿਲ ਸਕਦਾ। ਇਹ ਕੰਨ ਤਾਂ ਸਾਨੂੰ ਸੁਣਨ ਦੀ ਜਾਂਚ ਦੱਸਣ ਦੇ ਲਈ ਨੇ। ਜਦੋਂ ਮਨੁੱਖ ਨੂੰ ਅੰਦਰੋਂ ਸੁਣਨਾ ਆ ਜਾਏ, ਪਹਿਲਾਂ ਅਸੀਂ ਬਾਹਰੋਂ ਬੋਲਦੇ ਹਾਂ ਜਾਂ ਲੋਕਾਂ ਦੇ ਬੋਲਣ ਨੂੰ ਆਪਣੇ ਕੰਨਾਂ ਨਾਲ ਸੁਣਦੇ ਹਾਂ। ਸੁਣਦਿਆਂ ਜਦੋਂ ਅਸੀਂ ਆਪ ਬੋਲਣਾ ਬੰਦ ਕਰ ਦੇਵਾਂਗੇ, ਸਾਨੂੰ ਆਪਣੇ ਹੀ ਬੋਲ ਅੰਦਰੋਂ ਸੁਣਨੇ ਸ਼ੁਰੂ ਹੋ ਜਾਣਗੇ, ਆਪਣੀ ਆਵਾਜ਼ ਸਾਨੂੰ ਅੰਦਰੋਂ ਸੁਣਨੀ ਸ਼ੁਰੂ ਹੋ ਜਾਏਗੀ। ਸਹਿਜੇ ਸੁਣਦਿਆਂ ਸਾਡੀ ਆਵਾਜ਼ ਵੀ ਖਤਮ ਹੋ ਕੇ ਅੰਦਰੋਂ ਇੱਕ ਉਹ ਸੱਚ ਜੋ ਸਾਡੇ ਅੰਦਰ ਸਮਾਇਆ ਹੋਇਆ, ਜਿਹਨੂੰ ਆਪਾਂ ਖਾਮੋਸ਼ੀ ਕਹਿੰਦੇ ਹਾਂ, ਸਾਨੂੰ ਉਹਦੇ ਵਿੱਚੋਂ ਉਹ ਸੱਚ ਦੀ ਆਵਾਜ਼ ਸੁਣਨੀ ਸ਼ੁਰੂ ਹੋ ਜਾਏਗੀ। ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ 'ਚ ਇਹ ਗੱਲ ਕਹੀ ਹੈ ਕਿ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਉਹ ਸੱਚੀ ਬਾਣੀ ਸਾਡੇ ਅੰਦਰ ਵੀ ਸਮਾਈ ਹੋਈ ਹੈ। ਜਦੋਂ ਆਪਾਂ ਉਹਨੂੰ ਸੁਣਾਂਗੇ, ਸਾਡੇ ਦੁੱਖ ਸੰਤਾਪ ਦਰਦ ਸਾਰੇ ਆਪਣੇ ਆਪ ਦੂਰ ਹੋਣੇ ਸ਼ੁਰੂ ਹੋ ਜਾਣਗੇ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਕੰਨਾਂ ਨੂੰ ਬਹੁਤ ਵੱਡੀ ਪ੍ਰੇਰਣਾ ਦਿੱਤੀ ਹੈ। ਇਹ ਸਰਵਣੋ ਮੇਰਿਓ ਸਾਚੇ ਸੁਣਨੇ ਨੋ ਬਿਠਾਏ, ਸਾਚੇ ਸੁਣਨੇ ਨੋ ਬਿਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਵੇ ਰਸਨਾ ਰਸ ਮਾਣੀ, ਸੱਚ ਅਲਖ ਵਿਡਾਣੀ ਤਾਕੀ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਸਾਚੇ ਸੁਣਨੇ ਨੋ ਬਿਠਾਏ। ਸਾਹਿਬ ਜੀ ਕਹਿੰਦੇ ਉਹ ਕੋ ਸੁਣ ਜਿਹਦੇ ਨਾਲ ਤੂੰ ਹਰਿਆ ਹੋ ਸਕੇ। ਮਨੁੱਖ ਸੁਣਦਾ ਬਹੁਤ ਕੁਝ ਹੈ, ਆਪਾਂ ਦੇਖਦੇ ਹਾਂ ਇਹਦੇ ਅੰਦਰ ਵਿਕਾਸ ਨਹੀਂ ਹੈ, ਇਹਦੇ ਅੰਦਰ ਖੁਸ਼ੀ ਨਹੀਂ ਹੈ, ਇਹਦੇ ਅੰਦਰ ਪ੍ਰਸੰਨਤਾ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਜਦੋਂ ਤੂੰ ਸੱਚ ਸੁਣਨਾ ਸ਼ੁਰੂ ਕਰਤਾ, ਸਿਫਤ ਸਲਾਹ ਸੁਣਨੀ ਸ਼ੁਰੂ ਕਰਤੀ, ਆਪਣੇ ਅੰਦਰੋਂ ਸੱਚ ਦੀ ਆਵਾਜ਼ ਨੂੰ ਸੁਣਨਾ ਸ਼ੁਰੂ ਕਰਤਾ, ਫਿਰ ਤੂੰ ਹਰਿਆ ਹੋ ਜਾਏਗਾ। ਜਿਨ੍ਹਾਂ ਨੂੰ ਸੁਣਨ ਦੀ ਜਾਂਚ ਆ ਜਾਂਦੀ ਹੈ ਨਾ, ਉਹ ਸਦਾ ਵਿਕਾਸ ਵਿੱਚ ਰਹਿੰਦੇ ਨੇ। ਉਹਨਾਂ ਦੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਕੀਤੀ ਹੈ। ਜਪਜੀ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹਦਿਆਂ 4 ਪੌੜੀਆਂ ਸਤਿਗੁਰੂ ਜੀ ਨੇ ਸੁਣਨ ਦੇ ਪ੍ਰਥਾ ਕਹੀਆਂ ਨੇ। ਸੁਣੇ ਸਤ ਸੰਤੋਖ ਗਿਆਨ, ਸੁਣੇ ਆਠ ਕਾ ਇਸਨਾਨ, ਸੁਣੇ ਪੜ ਪਾਵੇ ਮਾਨ। ਬੜਾ ਮਹਾਨ ਗਿਆਨ ਇਹਨਾਂ ਪਵਿੱਤਰ 4 ਪੌੜੀਆਂ ਦੇ ਅੰਦਰ ਹੈ ਕਿ ਜਦੋਂ ਸਾਨੂੰ ਸੱਚ ਸੁਣਨ ਦੀ ਕਲਾ ਆ ਜਾਏ, ਅੰਦਰੋਂ ਵੀ ਆਪਾਂ ਸੱਚ ਨੂੰ ਸੁਣਨਾ ਸ਼ੁਰੂ ਕਰਾਂਗੇ, ਸਾਡੇ ਅੰਦਰ ਸੰਤੋਖ ਆਏਗਾ, ਸਤ ਆਏਗਾ, ਸਾਨੂੰ ਧਰਤ ਤਵਲ ਆਕਾਸ਼ ਦਾ ਗਿਆਨ ਹੋ ਜਾਏਗਾ। ਸੁਣਿਆ ਜੋਗ ਜੁਗ ਤਨ ਭੇਦ। ਸਤਿਗੁਰੂ ਜੀ ਕਹਿੰਦੇ ਉਸ ਆਵਾਜ਼ ਨੂੰ ਜੁੜਨ ਦੇ ਨਾਲ ਸਾਨੂੰ ਉਸ ਸੱਚ ਵਿੱਚ ਜੁੜਨ ਦੀ ਜਾਂਚ ਆ ਜਾਏਗੀ, ਸਾਨੂੰ ਆਪਣੇ ਸਰੀਰ ਦੀ ਸੋਝੀ ਹੋ ਜਾਏਗੀ। ਔਰ ਜਿਹੜੇ ਇਸ ਸੱਚ ਨੂੰ ਸੁਣਨਾ ਸਿੱਖ ਲੈਂਦੇ ਨੇ, ਜਿਨ੍ਹਾਂ ਨੂੰ ਜਾਂਚ ਆ ਜਾਂਦੀ ਹੈ, ਨਾਨਕ ਭਗਤਾਂ ਸਦਾ ਵਿਗਾਸ। ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਅੰਦਰ ਸਦਾ ਵਿਗਾਸ ਹੋ ਜਾਂਦਾ ਹੈ, ਜਿਨ੍ਹਾਂ ਨੇ ਇਸ ਪਿਆਰ ਨਾਲ ਉਸ ਆਵਾਜ਼ ਨੂੰ ਸੁਣਿਆ ਮੰਨਿਆ। ਗੁਰਬਾਣੀ ਕਹਿੰਦੀ ਉਹ ਤੇ ਆਪਣੇ ਅੰਦਰੋਂ ਹੀ ਇਸ਼ਨਾਨ ਕਰ ਲੈਂਦੇ ਨੇ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ। ਸਾਰੰਗ ਰਾਗ ਦੀ ਵਾਰ ਵਿੱਚ ਸਤਿਗੁਰੂ ਜੀ ਨੇ 4 ਪੌੜੀਆਂ ਸੁਣਨ ਦੇ ਪ੍ਰਥਾਏ ਉਚਾਰਨ ਕੀਤੀਆਂ ਨੇ। ਵੈਸੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਸੁਣਨ ਦੇ ਪ੍ਰਥਾਏ ਬੇਅੰਤ ਥਾਵਾਂ ਤੇ ਸਤਿਗੁਰੂ ਜੀ ਨੇ ਪ੍ਰੇਰਣਾ ਕੀਤੀ ਹੈ, ਪਰ ਜਪਜੀ ਸਾਹਿਬ ਜੀ ਦੀਆਂ 4 ਪੌੜੀਆਂ ਸਾਰੰਗ ਰਾਗ ਦੀਆਂ ਵਾਰ ਦੀਆਂ, ਇਹਨਾਂ ਅੰਦਰ ਸਤਿਗੁਰੂ ਜੀ ਨੇ ਬਹੁਤ ਗਿਆਨ ਦਿੱਤਾ ਹੈ। ਗੁਰੂ ਰਾਮਦਾਸ ਜੀ ਦੇ ਕਿੰਨੇ ਪਿਆਰੇ ਬਚਨ ਕਿ ਜਦੋਂ ਸਾਨੂੰ ਸੁਣਨਾ ਆ ਜਾਏ ਨਾ, ਨਾਏ ਸੁਣੀਏ ਸਭ ਸਿੱਧ ਹੈਰਦ ਪਿੱਛੇ ਆਵੇ। ਜਦੋਂ ਅਸੀਂ ਉਸ ਸੱਚ ਨੂੰ ਸੁਣਨਾ ਸ਼ੁਰੂ ਕਰ ਦੇਵਾਂਗੇ, ਜ਼ਿੰਦਗੀ ਦੀ ਸਾਰੀ ਸਫਲਤਾ ਮਿਲ ਜਾਏਗੀ। ਸਾਰੀਆਂ ਰਿੱਧੀਆਂ ਸਿੱਧੀਆਂ ਮਗਰ ਤੁਰੀਆਂ ਪੈਣਗੀਆਂ। ਨਾਏ ਸੁਣੀਏ ਨੌ ਨਿਧ ਵੇਲੇ ਮਨ ਚਿੰਦਿਆ ਪਾਵੇ। ਜਦੋਂ ਅਸੀਂ ਸੱਚ ਨੂੰ ਸੁਣਨਾ ਸ਼ੁਰੂ ਕਰ ਦੇਵਾਂਗੇ, ਸਾਨੂੰ ਸਾਰੇ ਖਜ਼ਾਨੇ ਮਿਲ ਜਾਣਗੇ, ਜੋ ਚਾਹਾਂਗੇ ਉਹ ਮਿਲਦਾ ਜਾਏਗਾ, ਸਾਡੇ ਅੰਦਰ ਸਹਿਜ ਆ ਜਾਏਗਾ, ਸਾਡੇ ਅੰਦਰ ਸੰਤੋਖ ਆ ਜਾਏਗਾ। ਇਹ ਮਾਇਆ ਤੇ ਮਨੁੱਖ ਦੇ ਮਗਰ ਤੁਰਨੀ ਸ਼ੁਰੂ ਹੋ ਜਾਏਗੀ। ਦਰਅਸਲ ਮਨੁੱਖ ਇਹਨਾਂ ਕੰਨਾਂ ਦੇ ਨਾਲ ਜੋ ਸੁਣਦਾ ਹੈ ਉਹ ਕੇਵਲ ਕੂੜ ਸੁਣਦਾ ਹੈ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਇੱਕ ਥਾਂ ਤੇ ਬੜੀ ਸੋਹਣੀ ਗੱਲ ਕੀ ਕਿ ਆ ਸੁਣੇਂਦੋ ਕੂੜ ਵੰਜਣ ਪਵਨ ਝੁਲਾਰਿਆ, ਨਾਨਕ ਸੁਣੀ ਅਰਤੇ ਪਰਿਆ ਪਰਵਾਨ, ਜੋ ਸੁਣੇਂਦੋ ਸੱਚ ਤਣੀ।
ਸਤਿਗੁਰੂ ਜੀ ਕਹਿੰਦੇ ਬੰਦਿਆ ਇਹਨਾਂ ਕੰਨਾਂ ਦੇ ਨਾਲ ਤੂੰ ਜੋ ਸੁਣ ਰਿਹਾ ਨਾ ਇਹ ਕੂੜ ਹੀ ਹੈ। ਇਹ ਤੇ ਹਵਾ ਦੇ ਝੋਲੇ ਵਾਂਗੂ ਹੈ, ਹਵਾ ਦੇ ਇੱਕ ਬੁੱਲੇ ਵਾਂਗੂ ਹੈ। ਜਿਹੜੇ ਸੱਚ ਨੂੰ ਸੁਣਦੇ ਨੇ ਦਰਅਸਲ ਕੰਨ ਉਹੀ ਪ੍ਰਵਾਨ ਨੇ, ਕੰਨ ਉਹੀ ਸਫਲ ਨੇ। ਪਰਮਾਤਮਾ ਨੇ ਸਾਨੂੰ ਇਹ ਮਹਾਨ ਦਾਤ ਦਿੱਤੀ ਹੈ ਸੁਣਨ ਦੇ ਲਈ। ਇਹਨਾਂ ਕੰਨਾਂ ਦੇ ਨਾਲ ਦੁਨੀਆ 'ਚੋਂ ਸੱਚ ਨੂੰ ਸੁਣਦਿਆਂ ਉਹ ਸੱਚ ਦੀ ਆਵਾਜ਼ ਨੂੰ ਜਦੋਂ ਅਸੀਂ ਅੰਦਰੋਂ ਸੁਣਨਾ ਸ਼ੁਰੂ ਕਰ ਦੇਵਾਂਗੇ, ਜਿਹਨੂੰ ਆਪਾਂ ਕਹਿੰਦੇ ਕਿ ਸਾਡੇ ਅੰਦਰ ਵੀ ਕੋਈ ਧੁਨ ਹੈ ਜਾਂ ਸਾਡੇ ਅੰਦਰ ਵੀ ਕੋਈ ਸ਼ਬਦ ਸਮਾਇਆ ਹੋਇਆ ਹੈ, ਕਿਉਂਕਿ ਗੁਰਬਾਣੀ ਕਹਿੰਦੀ ਨੌ ਨਿਦਮਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਉਹ ਤੇ ਸਾਡੇ ਅੰਦਰ ਹੀ ਸਮਾਇਆ ਹੋਇਆ ਨਾਮ ਜਿਹੜਾ ਹੈ। ਬਾਹਰੋਂ ਵਾਹਿਗੁਰੂ ਜੀ ਦੇ ਨਾਮ ਨੂੰ ਜਪਦੇ ਹਾਂ, ਜਦੋਂ ਉਹਦੇ ਵਿੱਚ ਸਾਡੀ ਸੁਰਤ ਜੁੜ ਗਈ, ਉਹਨੂੰ ਜਦੋਂ ਆਪ ਸੁਣਨ ਲੱਗ ਪਏ। ਨਾਮ ਕਿਸੇ ਨੂੰ ਸੁਣਾਉਣ ਲਈ ਨਹੀਂ ਹੈ ਕਿ ਆਪਾਂ ਸਪੀਕਰ ਲਾ ਕੇ ਕਿਸੇ ਨੂੰ ਸੁਣਾਵਾਂਗੇ ਤੇ ਬਹੁਤਾ ਨਾਮ ਜਪਿਆ ਜਾਏਗਾ। ਦਰਅਸਲ ਨਾਮ ਜਪਣਾ ਤੇ ਆਪਣਾ ਇੱਕ ਜਾਤੀ ਨਿਤਨੇਮ ਹੈ। ਜਦੋਂ ਆਪ ਨਾਮ ਜਪਦੇ ਹਾਂ ਉਸ ਆਵਾਜ਼ ਨੂੰ ਸੁਣਨਾ ਸ਼ੁਰੂ ਕਰ ਦੇਵਾਂਗੇ, ਸਹਿਜੇ ਸਹਿਜੇ ਸਾਰਾ ਬਾਹਰੋਂ ਅਸੀਂ ਬੋਲਣਾ ਬੰਦ ਕਰਕੇ ਅੰਦਰੋਂ ਸੁਣਨਾ ਸ਼ੁਰੂ ਕਰ ਦੇਵਾਂਗੇ ਤੇ ਅੰਦਰੋਂ ਉਸ ਸੱਚ ਦੀ ਆਵਾਜ਼ ਨੂੰ ਜਿਸ ਵੇਲੇ ਸੁਣ ਲਿਆ, ਸਾਡੇ ਇਹ ਕੰਨ ਸਫਲ ਹੋ ਜਾਣਗੇ। ਕਿਉਂਕਿ ਇਹ ਕੰਨ ਮਿਲੇ ਹੀ ਉਸ ਸੱਚ ਨੂੰ ਸੁਣਨ ਦੇ ਲਈ ਨੇ। ਜੇ ਆਪਾਂ ਉਹ ਸੱਚ ਨੂੰ ਨਾ ਸੁਣ ਸਕੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਕੰਨ ਸਫਲ ਮਿਥਿਆ ਸਰਵਨ ਪਰ ਨਿੰਦਾ ਸੁਣੇ। ਇਹ ਕੰਨ ਜਿਹੜੇ ਨੇ ਇਹ ਮਿਥਿਆ ਗਿਣੇ ਜਾਣਗੇ। ਸਤਿਗੁਰੂ ਜੀ ਸਾਨੂੰ ਸਾਡੇ ਕੰਨਾਂ ਨੂੰ ਸਫਲ ਬਣਾਉਣ ਦੀ ਪ੍ਰੇਰਣਾ ਦਿੰਦਿਆਂ ਇਹ ਗੱਲ ਕਹਿੰਦੇ ਨੇ ਕਿ ਇਹ ਕੰਨ ਜਿਹੜੇ ਨੇ ਤਾਂ ਹੀ ਭਲੇ ਨੇ, ਤਾਂ ਹੀ ਇਹ ਚੰਗੇ ਨੇ। ਤੇ ਸਰਵਨ ਭਲੇ ਸੋਭਨੀਕ ਹੈ ਮੇਰੀ ਜਿੰਦੜੀਏ। ਉਹ ਸਰਵਨ ਹੀ ਸੋਭਨੀਕ ਨੇ, ਭਲੇ ਨੇ, ਜਿਹੜੇ ਕੇਵਲ ਹਰ ਜਸ ਨੂੰ ਸਰਵਣ ਕਰਦੇ ਨੇ। ਰੱਬ ਦੀ ਇਹ ਮਹਾਨ ਦਾਤ ਜਿਹਨੂੰ ਆਪਾਂ ਸਰਵਣ ਕਹਿੰਦੇ, ਜਿਹਨੂੰ ਆਪਾਂ ਕੰਨ ਕਹਿੰਦੇ ਆ, ਪਰਮਾਤਮਾ ਨੇ ਸਾਨੂੰ ਦੋ ਦਿੱਤੇ ਨੇ ਇਸ ਕਰਕੇ ਕਿ ਆਪਾਂ ਬਹੁਤਾ ਸੁਣ ਸਕੀਏ। ਜਿਹਵਾ ਇੱਕ ਦਿੱਤੀ ਤਾਂ ਕਿ ਅਸੀਂ ਘੱਟ ਬੋਲ ਸਕੀਏ, ਪਰ ਮਨੁੱਖ ਬੋਲਦਾ ਬਹੁਤ ਜ਼ਿਆਦਾ ਹੈ, ਸੁਣਦਾ ਬਹੁਤ ਘੱਟ ਹੈ। ਸਹਿਜੇ ਸਹਿਜ ਜਦੋਂ ਸਾਨੂੰ ਸੁਣਨ ਦੀ ਕਲਾ ਆ ਗਈ, ਜਦੋਂ ਸਾਨੂੰ ਸੁਣਨ ਦੀ ਜਾਚ ਆ ਗਈ, ਸਾਡੇ ਅੰਦਰੋਂ ਹੀ ਰਿੱਧੀਆਂ ਸਿੱਧੀਆਂ, ਸਾਡੇ ਅੰਦਰੋਂ ਹੀ ਬਰਕਤਾਂ ਪ੍ਰਗਟ ਹੋਣੀਆਂ ਸ਼ੁਰੂ ਹੋ ਜਾਣਗੀਆਂ। ਸਾਡੇ ਅੰਦਰੋਂ ਧਰਤਵਲ ਆਕਾਸ਼ ਦਾ ਗਿਆਨ ਹੋ ਜਾਏਗਾ। ਅਸੀਂ ਅੰਦਰੋਂ ਹੀ ਸਿੱਧ ਪੀਰਾਂ ਵਾਲੀ ਅਵਸਥਾ ਨੂੰ ਪ੍ਰਾਪਤ ਹੋ ਜਾਵਾਂਗੇ। ਪਰ ਉਹ ਸੁਣਨ ਦੀ ਜਾਚ ਸਾਨੂੰ ਤਾਂ ਆਏਗੀ ਜਦੋਂ ਇਹਨਾਂ ਕੰਨਾਂ ਦੇ ਨਾਲ ਅਸੀਂ ਸੱਚ ਸੁਣਨਾ ਸ਼ੁਰੂ ਕਰ ਦੇਵਾਂਗੇ। ਜਦੋਂ ਇਹਨਾਂ ਕੰਨਾਂ ਦੇ ਨਾਲ ਵਾਹਿਗੁਰੂ ਜੀ ਦੀ ਸਿਫਤ ਸਲਾਹ ਸੁਣਨੀ ਸ਼ੁਰੂ ਕਰ ਦੇਵਾਂਗੇ, ਫਿਰ ਇਹ ਸਾਡੇ ਜਿਹੜੇ ਕੰਨ ਨੇ ਇਹ ਪ੍ਰਵਾਨ ਹੋ ਜਾਣਗੇ। ਇਹ ਕੰਨ ਜਿਹੜੇ ਨੇ ਸੋਭਨੀਕ ਹੋ ਜਾਣਗੇ। ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ, ਜਿੱਥੇ ਪ੍ਰਮਾਤਮਾ ਨੇ ਸਾਨੂੰ ਇਹ ਕੰਨ ਦਿੱਤੇ ਨੇ, ਹੇ ਵਾਹਿਗੁਰੂ ਜੀਓ, ਸਾਨੂੰ ਇਹੋ ਜਿਹੀਆਂ ਗੱਲਾਂ ਸਾਡੇ ਕੰਨਾਂ ਨਾਲ ਨਾ ਸੁਣਾਓ ਜਿਹੜੀਆਂ ਸਾਖਤਾਂ ਦੀਆਂ ਨੇ ਜਾਂ ਜਿਹੜੀਆਂ ਚੁਗਲੀ ਨਿੰਦਾ ਵਾਲੀਆਂ ਨੇ, ਜਿਨ੍ਹਾਂ ਨੂੰ ਸੁਣ ਕੇ ਸਾਡੇ ਕੰਨ ਆਪ ਵੀ ਅਪਵਿੱਤਰ ਹੁੰਦੇ ਨੇ ਤੇ ਸਾਡੇ ਸਾਰੇ ਸਰੀਰ ਨੂੰ ਪੀੜਤ ਕਰਦੇ ਨੇ। ਕੰਨਾਂ ਨਾਲ ਤੁਸੀਂ ਜੋ ਸੁਣੋਗੇ ਉਹ ਤੁਹਾਡੇ ਸਰੀਰ ਤੇ ਅਸਰ ਪਾਏਗਾ। ਕੰਨਾਂ ਨਾਲ ਨਿੰਦਿਆ ਸੁਣੋਗੇ, ਕੰਨਾਂ ਨਾਲ ਬੁਰੀਆਂ ਗੱਲਾਂ, ਵਿਕਾਰਾਂ ਦੀਆਂ ਗੱਲਾਂ ਸੁਣੋਗੇ, ਤੁਸੀਂ ਮਨ ਕਰਕੇ ਪੀੜਤ ਹੋਵੋਗੇ। ਤੁਹਾਡੇ ਅੰਦਰ ਮਨ ਦੇ ਵਿਕਾਰ, ਜੋ ਕੁਝ ਬੰਦਾ ਸੁਣੇਗਾ ਉਹੀ ਕੁਝ ਬਣੇਗਾ। ਲੈਨਨ ਨੇ ਇੱਕ ਬੜੀ ਪਿਆਰੀ ਗੱਲ ਕਹੀ ਹੈ ਕਿ ਮੈਂ ਤੁਹਾਨੂੰ ਦੱਸ ਸਕਦਾ ਕਿ ਤੁਹਾਡੇ ਬੱਚੇ ਕਿਹੋ ਜਿਹੇ ਬਣਨਗੇ। ਜੋ ਕੁਝ ਉਹ ਸੁਣਦੇ ਨੇ ਉਹੀ ਕੁਝ ਬਣਨਾ। ਅੱਜ ਆਪਾਂ ਆਪਣੀ ਅੱਜ ਦੀ ਪੀੜ੍ਹੀ ਨੂੰ ਜਦੋਂ ਦੇਖਦੇ ਹਾਂ, ਹਰ ਬੰਦਾ ਇਸ ਗੱਲ ਲਈ ਚਿੰਤਤ ਹੈ ਕਿ ਸਾਡੇ ਬੱਚੇ ਕਿੱਧਰ ਨੂੰ ਜਾ ਰਹੇ ਨੇ, ਜਾਂ ਕੌਮ ਦੇ ਬੱਚੇ ਜਿਹੜੇ ਨੇ ਇਹਨਾਂ ਦੀ ਸੋਚ ਕਿਹੋ ਜਿਹੀ ਬਣਦੀ ਚਲੀ ਜਾਂਦੀ ਹੈ। ਦਰਅਸਲ ਇਹਦੇ ਲਈ ਬੱਚੇ ਕਸੂਰਵਾਰ ਨਹੀਂ ਹੈ, ਇਹਦੇ ਲਈ ਕਸੂਰਵਾਰ ਅਸੀਂ ਸਿਆਣੇ ਲੋਕ ਹਾਂ। ਉਹਦਾ ਕਾਰਨ ਇਹ ਹੈ ਕਿ ਅਸੀਂ ਬੱਚਿਆਂ ਨੂੰ ਸੁਣਾਉਂਦੇ ਕੀ ਆ। ਵਿਆਹਾਂ ਦੇ ਪ੍ਰੋਗਰਾਮ ਹੁੰਦੇ ਨੇ, ਉੱਥੇ ਡੀਜੇ ਵੱਜਦੇ ਨੇ, ਉੱਥੇ ਕੀ ਸੁਣਾਇਆ ਜਾਂਦਾ? ਉੱਥੇ ਸਾਰੇ ਬੈਠੇ ਬੜੀ ਖੁਸ਼ੀ ਮਹਿਸੂਸ ਕਰਦੇ ਨੇ ਕਿ ਵਿਆਹ ਤੇ ਡੀਜੇ ਤੋਂ ਬਿਨਾਂ ਗੱਲ ਹੀ ਨਹੀਂ ਬਣਨੀ। ਉੱਥੇ ਕੇਵਲ ਨਸ਼ਿਆਂ ਦੀਆਂ ਗੱਲਾਂ ਸੁਣਾਈਆਂ ਜਾਂਦੀਆਂ ਨੇ, ਲੜਾਈਆਂ ਦੀਆਂ ਗੱਲਾਂ ਸੁਣਾਈਆਂ ਜਾਂਦੀਆਂ ਨੇ, ਉੱਥੇ ਕੇਵਲ ਇਸ਼ਕ ਮੁਸ਼ਕ ਦੀਆਂ ਗੱਲਾਂ ਸੁਣਾਈਆਂ ਜਾਂਦੀਆਂ ਨੇ। ਬੱਚੇ ਉਹੀ ਕੁਝ ਵੱਡੇ ਹੋ ਕੇ ਬਣਦੇ ਨੇ। ਇਸ ਕਰਕੇ ਜੋ ਤੁਸੀਂ ਬੱਚਿਆਂ ਨੂੰ ਸੁਣਾਓਗੇ, ਜੋ ਕੁਝ ਬੱਚਿਆਂ ਨੇ ਕੰਨਾਂ ਨਾਲ ਸੁਣਨਾ ਹੈ ਉਹੀ ਕੁਝ ਬਣਨਾ ਹੈ। ਕੋਈ ਮਨੁੱਖ ਜਿਹੜਾ ਜੋ ਸੁਣੇਗਾ ਉਹ ਕੁਝ ਬਣੇਗਾ। ਆਪਾਂ ਬੱਚਿਆਂ ਨੂੰ ਬਚਪਨ ਤੋਂ ਚੰਗੀ ਸਰੋਤ ਦਈਏ ਔਰ ਆਪਣੇ ਕਲਚਰ ਨੂੰ ਸਵਾਰਨ ਦੇ ਲਈ ਉਹ ਕੁਝ ਆਪਾਂ ਸੁਣਾਈਏ ਜਿਨ੍ਹਾਂ ਨੂੰ ਸੁਣ ਕੇ ਬੱਚੇ ਜ਼ਿੰਦਗੀ ਦੇ ਅੰਦਰ ਵਿਕਾਸ ਪ੍ਰਾਪਤ ਕਰ ਸਕਣ। ਕਿਉਂਕਿ ਇਹਨਾਂ ਕੰਨਾਂ ਨਾਲ ਸੁਣਦਿਆਂ, ਸੱਚ ਨੂੰ ਸੁਣਦਿਆਂ, ਜਾਂ ਐਵੇਂ ਕਹਿ ਲਓ ਕਿ ਭਲੀਆਂ ਗੱਲਾਂ ਨੂੰ ਸੁਣਦਿਆਂ ਸਾਡੀ ਸ਼ਖਸੀਅਤ ਨੇ ਬਣਨਾ ਹੈ, ਸ਼ਖਸੀਅਤ ਦੀ ਉਸਾਰੀ ਹੋਣੀ ਹੈ। ਜਦੋਂ ਅਸੀਂ ਸੱਚ ਸੁਣਨਾ ਕੰਨਾਂ ਨਾਲ ਸ਼ੁਰੂ ਕਰ ਦੇਵਾਂਗੇ, ਸਹਿਜੇ ਸਹਿਜੇ ਉਸ ਸੱਚ ਦੀ ਆਵਾਜ਼ ਸਾਨੂੰ ਅੰਦਰੋਂ ਵੀ ਸੁਣਨੀ ਸ਼ੁਰੂ ਹੋ ਜਾਏਗੀ। ਸਾਡੇ ਇਹ ਕੰਨ ਸਫਲ ਹੋ ਜਾਣਗੇ। ਗੁਰੂ ਕਾ ਇਹ ਬਚਨ ਕਿ ਕਿਆ ਸੁਣੇਂਦੋ ਕੂੜ ਵੰਜਣ ਭਵਨ ਚੁਲਾਰਿਆ, ਨਾਨਕ ਸੁਣੀਅਰ ਤੇ ਪਰਵਾਨ ਜੋ ਸੁਣੇਂਦੋ ਸੱਚ ਤਣੀ।